ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ, ਜੁਗ ਜੁਗ ਅਟਲ ਚਵਰ ਤਖਤ ਦੇ ਮਾਲਕ ਵਾਲੀਆ ਕੁਲ ਆਲਮ ਗਰੀਬ ਨਵਾਜ਼ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਤਖਤ 'ਤੇ ਬਿਰਾਜਮਾਨ ਦਸੂ ਪਾਤਸ਼ਾਹੀਆਂ ਦੀ ਜਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੱਜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਓ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੀਏ ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ, ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਉਮਰੀ ਮਹਿਮਾ ਵਰਣ ਨਾ ਸਕੂੰ, ਤੂੰ ਠਾਕੁਰ ਉੱਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਜੀ ਗੌੜੀ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਹਿਰਦੇ ਭਾਉ ਹੈ ਦੂਜਾ। ਵਾਹਿਗੁਰੂ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਪਵਿੱਤਰ ਵਿਚਾਰ ਨੂੰ ਪ੍ਰਾਰੰਭ ਕਰਨਾ ਹੈ, ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਹੋਏ ਇਹ ਪਾਵਨ ਸ਼ਬਦ ਰਾਗ ਗੌੜੀ ਦੇ ਅੰਦਰ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅੰਗ 324 ਦੇ ਉੱਪਰ ਸਵਾਏਮਾਨ ਹੈ। ਭਗਤ ਕਬੀਰ ਸਾਹਿਬ ਜੀ ਸਮਝਾਉਣ ਲੱਗੇ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ,
ਜਾਂ ਕੇ ਹਿਰਦੇ ਭਾਉ ਹੈ ਦੂਜਾ। ਗੱਲ ਬੜੀ ਟਿਕਾਣੇ ਦੀ ਹੈ, ਬੜੀ ਭਾਵਨਾ ਨਾਲ ਸੁਰਤ ਜੋੜ ਕੇ ਸੁਣਿਓ ਜੇ। ਭਗਤ ਸਾਹਿਬ ਜੀ ਕਹਿਣ ਲੱਗੇ ਵੀ ਦੱਸੋ ਉਸ ਮਨੁੱਖ ਦਾ ਜਪ ਕੀਤਾ, ਤਪ ਕੀਤਾ, ਵਰਤ ਰੱਖੇ, ਫਾਇਦਾ ਦੱਸੋ ਕੀ। ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਇੱਕ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਪਿਆਰ ਹੈ, ਜਾਂ ਕਿ ਜਿਹਦੇ ਹਿਰਦੇ ਅੰਦਰ ਭਾਉ ਪਿਆਰ ਹੈ ਦੂਜਾ ਕਿਸੇ ਦੂਜੇ ਦਾ। ਜਾਂ ਆਪਾਂ ਸਿੱਧੀ ਗੱਲ ਕਰੀਏ ਕਿ ਜਿਹਦੇ ਹਿਰਦੇ ਵਿੱਚ ਕੇਵਲ ਤੇ ਕੇਵਲ ਮਾਇਆ ਪ੍ਰਤੀ ਹੀ ਪ੍ਰੇਮ ਹੈ ਤੇ ਵਿਖਾਵੇ ਮਾਤਰ ਉਹ ਜਪ ਵੀ ਕਰਦਾ ਹੈ, ਤਪੀ ਵੀ ਕਹਾਉਂਦਾ, ਆਪਣੇ ਆਪ ਨੂੰ ਤਪ ਵੀ ਕਰਦਾ ਹੈ, ਵਰਤ ਵੀ ਰੱਖਦਾ ਹੈ, ਇਹ ਹੋ ਗਏ ਵਿਖਾਵੇ ਮਾਤਰ। ਕਿਉਂਕਿ ਉਹਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਦੇ ਪ੍ਰਤੀ ਪ੍ਰੇਮ ਨਹੀਂ, ਉਹਦੇ ਹਿਰਦੇ ਦੇ ਅੰਦਰ ਪਿਆਰ ਹੈ ਤੇ ਕੇਵਲ ਹੈ ਧਨ ਮਾਇਆ ਦਾ। ਤੇ ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ ਜਿਸ ਮਨੁੱਖ ਦੇ ਹਿਰਦੇ ਅੰਦਰ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਪਿਆਰ ਹੋਵੇ, ਉਹਦਾ ਜਪ ਕਰਨਾ ਕਿਸ ਭਾ, ਕੀ ਕੀਮਤ ਉਹਦੀ, ਉਹਦਾ ਤਪ ਕਰਨ ਦਾ ਕੀ ਅਰਥ ਹੈ, ਤੇ ਉਹਦੇ ਵਰਤ ਤੇ ਪੂਜਾ ਕਿਹੜੇ ਗੁਣ ਨੇ, ਇਹਦੇ ਕਿਹੜੇ ਗੁਣ ਹੈ। ਭਾਵ ਕਿ ਇਹਨਾਂ ਚੀਜ਼ਾਂ ਦਾ ਕੀਤਿਆਂ ਕੋਈ ਵੀ ਗੁਣ ਨਹੀਂ। ਕਿਉਂਕਿ ਜਿਸ ਦਾਤੇ ਦੇ ਪ੍ਰਤੀ ਇਹ ਕਰਨਾ ਸੀ, ਜਿਸ ਦਾਤੇ ਦਾ ਸਿਮਰਨ ਕਰਨਾ ਸੀ, ਜਪ ਕਰਨਾ ਸੀ, ਉਸ ਦਾਤੇ ਪ੍ਰਤੀ ਤਾਂ ਇਹਦੇ ਹਿਰਦੇ ਵਿੱਚ ਪ੍ਰੇਮ ਹੀ ਨਹੀਂ ਹੈ। ਪ੍ਰੇਮ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਹੈ ਤੇ ਹੈ ਮਾਇਆ ਦੇ ਪ੍ਰਤੀ, ਮਾਇਆ ਦੇ ਪ੍ਰਤੀ ਪ੍ਰੇਮ ਹੈ। ਤੇ ਵਿਖਾਵੇ ਮਾਤਰ ਜਪ ਵੀ ਕਰੇ, ਤਪ ਕਰੇ, ਵਰਤ ਰੱਖੇ। ਬਾਬਾ ਜੀ ਕਹਿੰਦੇ ਦੱਸੋ ਕਿਹੜੇ ਕੰਮ ਇਹਦੇ। ਭਾਵ ਕਿ ਕਿਸੇ ਵੀ ਕਰਮ ਨਹੀਂ। ਹੁਣ ਅੱਗੇ ਭਗਤ ਸਾਹਿਬ ਜੀ ਨੇ ਗੱਲ ਸਮਝਾਈ, ਕਹਿੰਦੇ ਰੇ ਜਨ, ਹੇ ਭਾਈ, ਹੇ ਸੇਵਕ, ਮਨ ਬਾਧੋ ਸਿਉ ਲਾਈਏ। ਆਪਣੇ ਮਨ ਨੂੰ ਮਾਧੋ ਮਾਇਆਪਤੀ ਪਰਮੇਸ਼ਰ ਪਰਮਾਤਮਾ ਦੇ ਨਾਲ ਜੋੜਨਾ ਕਰ। ਤੇ ਕਹਿੰਦੇ ਜਿਹੜੀ ਆ ਚਤਰਾਈਆਂ ਕਰਦਾ ਨਾ ਤੂੰ, ਚਲਾਕੀਆਂ ਸਿਆਣਪਾਂ ਬੜੀਆਂ ਵਰਤਦਾ ਹੈ, ਹਿਰਦੇ ਦੇ ਅੰਦਰ ਪ੍ਰੇਮ ਹੈ ਮਾਇਆ ਦੇ ਪ੍ਰਤੀ, ਤੇ ਬੰਦਗੀ ਕਹਿਣਾ ਮੈਂ ਰੱਬ ਦੀ ਕਰਦਾ ਹੈ। ਪ੍ਰੇਮ ਕਿਸੇ ਹੋਰ ਦੇ ਪ੍ਰਤੀ ਹੈ ਤੇ ਵਿਖਾਵੇ ਮਾਤਰ ਤੂੰ ਬੰਦੀ ਕਰਨਾ, ਇਹ ਤੇਰੀਆਂ ਚਲਾਕੀਆਂ ਚਤਰਾਈਆਂ ਨੇ। ਤੇ ਭਗਤ ਸਾਹਿਬ ਕਹਿੰਦੇ ਚੇਤੇ ਰੱਖੀ, ਚਤੁਰਾਈ ਨਾ, ਆ ਚੁਸਤੀਆਂ ਚਲਾਕੀਆਂ ਚਤਰਾਈਆਂ ਕਰਕੇ ਚਤੁਰਭੁਜ ਪਾਈਏ। ਕਹਿੰਦੇ ਇਹ ਚਤੁਰਭੁਜ ਭਾਵ ਕੇ ਚਾਰ ਬਾਹਾਂ ਵਾਲਾ ਰੱਬ ਪਰਮਾਤਮਾ। ਇੱਥੇ ਅਰਥ ਕਰੀਏ ਜੋ ਸਮਰੱਥ ਹੈ, ਹਰ ਤਰ੍ਹਾਂ ਕਰਕੇ ਜੋ ਦਾਤਾ ਸਮਰੱਥ ਹੈ, ਉਸ ਨੂੰ ਤੂੰ ਚਲਾਕੀਆਂ ਕਰਕੇ, ਚਤਰਾਈਆਂ ਕਰਕੇ, ਸਿਆਣਪਾਂ ਕਰਕੇ ਪ੍ਰਾਪਤ ਨਹੀਂ ਕਰ ਸਕਦਾ। ਹਾਂ, ਆਹ ਤੇਰੀਆਂ ਚਤਰਾਈਆਂ ਜਿਹੜੀਆਂ ਨਾ, ਚਲਾਕੀਆਂ ਸਿਆਣਪਾਂ, ਇਹ ਭਾਈ ਤੇਰੀਆਂ ਸੰਸਾਰ ਦੇ ਵਿੱਚ ਤਾਂ ਕੰਮ ਆ ਸਕਦੀਆਂ, ਸੰਸਾਰ ਦੇ ਘਰ ਵਿੱਚ ਆ ਸਕਦੀਆਂ, ਪਰ ਕਰਤਾਰ ਦੇ ਘਰ ਵਿੱਚ ਤੇਰੀਆਂ ਸਿਆਣਪਾਂ ਕੰਮ ਨਹੀਂ ਆਉਣੀਆਂ। ਤਾਂ ਫਿਰ ਕਹਿੰਦੇ ਕਰੀਏ ਕੀ। ਕਹਿੰਦੇ ਰੇ ਜਨ, ਹੇ ਸੇਵਕਾ, ਹੇ ਭਾਈ, ਇੱਕੋ ਕਰਮ ਕਰ। ਆ ਜਿਹੜਾ ਮਨ ਤੂੰ ਜੋੜਿਆ ਨਾ ਮਾਇਆ ਨਾਲ, ਤੇ ਵਿਖਾਵੇ ਮਾਤਰ ਬੰਦਗੀ ਕਰਦਾ ਹੈ, ਇਹ ਕੰਮ ਛੱਡ ਤੂੰ। ਜਿਹਦੇ ਵਿਖਾਵੇ ਮਾਤਰ ਬੰਦਗੀ ਕਰਦਾ, ਉਧਰ ਮਨ ਨੂੰ ਵੀ ਜੋੜਨਾ ਕਰ। ਰੇ ਮਨ, ਰੇ ਜਨ, ਮਨ ਮਾਧੋ ਸਿਉ ਲਾਈਏ। ਆਪਣੇ ਮਨ ਨੂੰ ਮਾਧੋ ਮਾਇਆਪਤੀ ਪਰਮੇਸ਼ਰ ਦੇ ਨਾਲ ਜੋੜਨਾ ਕਰ। ਹੇ ਭਾਈ, ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ।
ਤੇ ਸਿਮਰਨ ਛੱਡ ਕੇ ਹੋਰ ਸਿਆਣਪਾਂ ਰੱਬ ਮਿਲ ਵੀ ਨਹੀਂ ਸਕਦਾ। ਚਤੁਰਾਈ ਨਾ ਚਤੁਰਭੁਜ ਪਾਈਏ। ਸਿਮਰਨ ਛੱਡ ਕੇ ਤੂੰ ਚਤੁਰਾਈਆਂ ਕਰਕੇ ਚਲਾਕੀਆਂ ਕਰਕੇ ਰੱਬ ਦੀ ਪ੍ਰਾਪਤੀ ਚਾਹਵੇਂ ਨਹੀਂ ਹੋਣੀ। ਰੱਬ ਦੀ ਪ੍ਰਾਪਤੀ ਹੋਵੇਗੀ ਤਾਂ ਉਹਦਾ ਸਿਮਰਨ ਉਹਦੀ ਬੰਦਗੀ ਕਰਕੇ ਹੀ ਹੋਣੀ ਹੈ। ਰਹਾਉ ਪਰ ਹਰ ਲੋਭ ਅਰ ਲੋਕਾਂ ਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਹੁਣ ਕਹਿੰਦੇ ਛੱਡਣਾ ਕੀ ਹੈ ਪਤਾ ਹੈ? ਇਹ ਪੂਰੀ ਸਿੱਖਿਆ ਹੈ, ਹਦਾਇਤ ਹੈ। ਭਗਤ ਕਬੀਰ ਸਿੰਘ ਦੀ ਭਲਿਆ ਆ ਕੰਮ ਜਿਹੜੇ ਆ ਨਾ, ਪਰ ਹਰ ਛੱਡ ਦੇ ਕੀ ਲੋਭ, ਆ ਲਾਲਚ ਜਿਹੜਾ ਨਾ ਤੇਰਾ ਵਿਖਾਵਾ। ਪਰ ਹਰ ਲੋਭ ਅਰ ਲੋਕਾਂ ਝਾਰ, ਕਹਿੰਦੇ ਹੇ ਭਾਈ ਲਾਲਚ ਵਿਖਾਵਾ ਕਾਮ ਕ੍ਰੋਧ ਅਹੰਕਾਰ ਇਹ ਛੱਡ ਦੇ, ਇਹਨੂੰ ਛੱਡ। ਜਿਨ੍ਹਾਂ ਨੂੰ ਤੂੰ ਛੱਡਣਾ ਸੀ ਉਹਨਾਂ ਨੂੰ ਤੂੰ ਨਾਲ ਲੈ ਕੇ ਫਿਰਦਾ ਹੈ। ਜਿਸ ਦਾਤੇ ਦੇ ਸਿਮਰਨ ਨੂੰ ਨਾਲ ਲੈਣਾ ਸੀ ਉਹਨੂੰ ਤੂੰ ਛੱਡ ਕੇ ਫਿਰਦਾ ਹੈ। ਉਲਟ ਹੋਇਆ ਪਿਆ ਕੰਮ। ਇਸ ਕਰਕੇ ਭਗਤ ਸਾਹਿਬ ਜੀ ਸਮਝਾਉਣ ਲੱਗੇ, ਜੇ ਰੱਬ ਨੂੰ ਪ੍ਰਾਪਤ ਕਰਨਾ ਹੈ ਪਹਿਲੀ ਗੱਲ ਉਹਦਾ ਸਿਮਰਨ ਕਰ। ਚਤੁਰਾਈਆਂ ਸਿਆਣਪਾਂ ਚਲਾਕੀਆਂ ਰੱਬ ਮਿਲਣਾ ਨਹੀਂ। ਤੇ ਇਹ ਸਬਕ ਤੇਰੇ ਲਈ ਇਹ ਹੈ ਕਿ ਪਰ ਹਰ ਛੱਡ ਦੇ। ਸੰਸਕ੍ਰਿਤ ਦਾ ਸ਼ਬਦ ਹੈ ਪਰਹਰ, ਜਿਹਦਾ ਅਰਥ ਹੈ ਛੱਡ ਦੇਣਾ। ਛੱਡ ਦੇ ਲੋਭ, ਲੋਕਾਂ ਚਾਰ ਵਿਖਾਵਾ ਜਿਹੜਾ ਹੈ ਇਹਨੂੰ ਛੱਡ। ਕਾਮ ਕ੍ਰੋਧ ਅਹੰਕਾਰ ਇਹ ਸਾਰੇ ਕੁਛ ਨੂੰ ਤਿਆਗ ਦੇ, ਤੂੰ ਛੱਡ ਦੇ। ਕਰਮ ਕਰਤ ਬਦੇ ਆਹਾਂ ਮੇਵ, ਮਿਲ ਪਾਥਰ ਕੀ ਕਰਹਿ ਸੇਵ। ਕਹਿੰਦੇ ਮਨੁੱਖ ਪਤਾ ਕੀ ਕਰਦਾ? ਕਰਮ ਕਰਤ ਬਧੇ ਅਹੰਗ ਮੇਵ। ਕਹਿਣ ਲੱਗੇ ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਨਾ ਹਉਮੈ ਵਿੱਚ ਵੱਧ ਜਾਂਦੇ ਆ। ਅਹਮੇਵ ਭਾਵ ਕਿ ਮੈਂ ਹੀ ਮੈਂ ਹਾਂ। ਧਾਰਮਿਕ ਕਰਮ ਕਾਂਡ ਕਰਦਿਆਂ ਕਰਦਿਆਂ ਹਉਮੈ ਪੈਦਾ ਹੋ ਗਈ। ਤੇ ਮੈਂ ਤਾਂ ਅਕਸਰ ਬੇਨਤੀ ਕਰਦਾ ਹਾਂ ਵੀ ਹਉਮੈ ਹੁੰਦੀ ਆ ਕੇ ਜ਼ਿਆਦਾ ਇੱਥੇ ਪੈਦਾ, ਵੀ ਮੈਂ ਵੱਡਾ ਗਿਆਨੀ, ਮੈਂ ਵੱਡਾ ਪਾਠੀ, ਮੈਂ ਬੜਾ ਕਥਾਵਾਚਕ ਹਾਂ ਜੀ, ਮੈਂ ਬੜੇ ਧਰਮ ਕਰਮ ਕਰਦਾ ਜੀ, ਇਹ ਹਉਮੈ ਆ ਗਈ ਨਾ। ਪਰ ਕਦੇ ਵੀ ਮਾੜੇ ਕਰਮ ਕਰਨ ਵਾਲੇ ਦੇ ਅੰਦਰ ਹੀ ਹਉਮੈ ਨਹੀਂ ਪੈਂਦੇ ਕਿ ਮੇਰੇ ਤੋਂ ਵੱਡਾ ਮਾੜਾ ਕੋਈ ਨਹੀਂ ਗਾ, ਮੇਰੇ ਜਿੰਨਾ ਮਾੜਾ ਕਰਮ ਕੋਈ ਨਹੀਂ ਕਰ ਸਕਦਾ। ਇਹ ਕੋਈ ਨਹੀਂ ਗੱਲ ਕਹਿੰਦਾ। ਹਉਮੈ ਉੱਥੇ ਖੜੀ ਹੁੰਦੀ ਆ ਕਿ ਭਗਤ ਕਬੀਰ ਸਿੰਘ ਜੀ ਕਹਿਣ ਲੱਗੇ ਮਨੁੱਖ ਜਦੋਂ ਧਾਰਮਿਕ ਰਸਮਾਂ ਕਰੇ ਤੇ ਧਾਰਮਿਕ ਜਦੋਂ ਕਰਮ ਕਾਂਡਾਂ ਵਿੱਚ ਪੈ ਗਿਆ ਫਿਰ ਉਹਦੇ ਵਿੱਚ ਹਉਮੈ ਪੈਦਾ ਹੋ ਗਈ। ਹਉਮੈ 'ਚ ਵੱਜ ਗਿਆ, ਹਉਮੈ ਆ ਗਈ। ਕਰਮ ਕਰਤ ਬੱਧੇ ਅਹਮੇਵ, ਮੈਂ ਹਉਮੈ ਹੰਕਾਰ ਵਿੱਚ ਵੱਜ ਗਿਆ। ਫਿਰ ਕੀ ਹੋਇਆ? ਮਿਲ ਪਾਥਰ ਕੀ ਕਰਹਿ ਸੇਵ, ਤੇ ਰਲ ਕੇ ਫਿਰ ਪੱਥਰਾਂ ਦੀ ਪੂਜਾ ਕਰ ਰਹੇ ਨੇ। ਕਹਿੰਦੇ ਫਿਰ ਦੇਖੋ ਇਹ ਗੱਲ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਗੁਰਬਾਣੀ ਅੰਦਰ, ਮਿਲ ਪਾਥਰ ਕੀ ਕਰਹਿ ਸੇਵ। ਕਹਿੰਦੇ ਪੱਥਰਾਂ ਦੇ ਅੱਗੇ ਨੱਕ ਰਗੜੀ ਜਾਂਦਾ ਹੈ। ਇੱਕ ਸ਼ਬਦ ਆਏਗਾ ਅੱਗੇ ਭਗਤ ਕਬੀਰ ਸਾਹਿਬ ਜੀ ਦਾ, ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸਰਾਧ ਕਰਾਹੀ, ਪਿੱਤਰ ਪੀ ਬਪਰੇ ਕੋ ਕਿਉਂ ਪਾਵੇ ਕਊਆ ਕੁਕਰ ਖਾਹੀ। ਕਹਿੰਦੇ ਜਿਉਂਦਿਆਂ ਤਾਂ ਬਾਪੂ ਮਰ ਗਿਆ ਤੜਫਦਾ ਪਾਣੀ ਕੰਨਿਓ, ਕਿਸੇ ਨੇ ਸਿਰ ਦੁਖਦੀ ਦੀ ਗੋਲੀ ਨਹੀਂ ਲਿਆ ਕੇ ਦਿੱਤੀ, ਤੇ ਜਦੋਂ ਗਿਆ ਮਰ ਉਦੋਂ ਫਿਰ ਕਹਿੰਦੇ ਪਿੱਛੋਂ ਸਰਾਧ ਵੀ ਕਰਨੇ ਸ਼ੁਰੂ ਕਰ ਦਿੱਤੇ। ਫਿਰ ਕਈ ਤਰ੍ਹਾਂ ਦੇ ਫਿਰ ਪਕਵਾਨ ਵੀ ਬਣਾ ਕੇ ਖਵਾਉਣੇ ਸ਼ੁਰੂ ਕਰ ਦਿੱਤੇ। ਕਿਸ ਕੰਮ ਆ ਤੇਰੇ? ਕਹਿੰਦੇ ਤੇਰੇ ਸਰਾਧ ਕੀਤੇ ਵੀ ਕਿਸੇ ਕੰਮ ਨੇ, ਕਿਉਂਕਿ ਹੁਣ ਉਸ ਨੂੰ ਮਿਲਣੇ ਨਹੀਂ, ਜਿਉਂਦੇ ਜੀ ਉਹਨੂੰ ਤੂੰ ਦਿੱਤਾ ਕੁਝ ਨਹੀਂ, ਤੇ ਮਰੇ ਤੋਂ ਬਾਅਦ ਜੇ ਪਖੰਡ ਕਰੇ ਵਿਖਾਵਾ ਕਰੇ ਤੇ ਉਹਨੂੰ ਪਹੁੰਚਣਾ ਕੋਈ ਨਹੀਂ, ਉਹ ਵੀ ਕੁੱਤੇ ਤੇ ਕਾਂ ਹੀ ਖਾਣਗੇ।
ਤੇ ਬਾਬਾ ਜੀ ਕਹਿਣ ਲੱਗੇ ਇਹ ਸੁਣ, ਮਿਲ ਪਾਥਰ ਕੀ ਕਰਹੇ ਸੇਵ। ਕਹਿੰਦੇ ਸਾਰੇ ਰਲ ਕੇ ਨਾ ਪੱਥਰਾਂ ਦੀ ਪੂਜਾ ਕਰ ਰਹੇ ਨੇ, ਪਰ ਇਹ ਸਾਰਾ ਕੁਝ ਵਿਅਰਥ ਹੈ। ਪੂਜਾ ਪੱਥਰਾਂ ਦੀ, ਇਹ ਸਾਰਾ ਕੁਝ ਵਿਅਰਥ, ਇਹ ਕਿਸੇ ਕੰਮ ਨਹੀਂ। ਜਿਹਦੀ ਪੂਜਾ ਕਰਨੀ, ਜਿਹਦਾ ਸਿਮਰਨ ਬੰਦਗੀ ਕਰਨੀ, ਉਹਨੂੰ ਤੂੰ ਕਦੇ ਚੇਤੇ ਨਹੀਂ ਕਰਦਾ, ਉਹਨੂੰ ਤੂੰ ਭੁਲਾ ਕੇ ਬੈਠਾ। ਤੇ ਬਾਬਾ ਕਬੀਰ ਸਿੰਘ ਨੇ ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਘੁਨਾਇਆ। ਕਹਿੰਦੇ ਚਤੁਰਾਈ ਨਾ ਚਤੁਰ ਪਦ ਪਾਈਐ, ਚਲਾਕੀਆਂ ਨਾਲ ਰੱਬ ਨਹੀਂ ਮਿਲਣਾ। ਤੇ ਮਹਾਰਾਜ ਮਿਲੂ ਕਿਵੇਂ? ਕਿਹੜਾ ਢੰਗ ਹੈ, ਕਿਹੜਾ ਤਰੀਕਾ ਉਹ? ਤਾਂ ਬਾਬਾ ਜੀ ਕਹਿੰਦੇ ਫਿਰ ਆ ਤੈਨੂੰ ਮੈਂ ਦੱਸਾਂ ਉਹ ਢੰਗ ਕਿਹੜਾ ਹੈ। ਕਹੋ ਕਬੀਰ ਭਗਤ ਕਰ ਪਾਇਆ। ਕਬੀਰ ਆਖ ਭਾਈ ਪ੍ਰਮਾਤਮਾ ਦੀ ਬੰਦਗੀ ਕਰਨ ਨਾਲ ਹੀ ਮਿਲਦਾ ਹੈ ਰੱਬ। ਭੋਲੇ ਪਾਏ ਮਿਲੇ ਰਘੁਨਾਇਆ, ਚਤੁਰਾਈ ਨਾ ਚਤੁਰ ਭੁਜ ਪਾਈਏ। ਕਹਿੰਦੇ ਚਲਾਕੀਆਂ ਨਾਲ ਥੋੜਾ ਮਿਲਣਾ, ਉਹ ਤਾਂ ਭੋਲੇ ਪਾਏ, ਭੋਲੇ ਸੁਭਾਅ ਦੇ ਅੰਦਰ ਧੰਨੇ ਪਾਇਆ ਬਾਲ ਬੁੱਧ। ਇਹ ਕਿਉਂ ਲਿਖਿਆ? ਭਾਈ ਗੁਰਦਾਸ ਜੀ ਲਿਖਦੇ ਧੰਨੇ ਪਾਇਆ ਬਾਲ ਬੁੱਧ। ਬਾਲ ਬੁੱਧ ਭਾਵ ਕੇ ਬੱਚਿਆਂ ਵਾਲਾ ਬੁੱਧੀ ਸੀ ਉਹਦੀ। ਹੁਣ ਬੱਚਿਆਂ ਵਾਲੀ ਬੁੱਧੀ ਦਾ ਅਰਥ ਕੀ ਕਰੀਏ ਅਸੀਂ? ਇਹਦੇ ਅਰਥ ਕਰੀਏ ਕਿ ਉਹਦੇ ਅੰਦਰ ਛਲ ਕਪਟ ਨਹੀਂ ਸੀ। ਬੱਚੇ ਅੰਦਰ ਛਲ ਕਪਟ ਨਹੀਂ ਹੁੰਦਾ। ਆ ਸਾਰਾ ਕੁਝ ਤਾਂ ਅਸੀਂ ਸਿਖਾਉਂਦੇ ਆ ਨਾ ਬੱਚੇ ਨੂੰ। ਫਿਰ ਝੂਠ ਬੋਲਣਾ, ਠੱਗੀਆਂ ਫਰੇਬ ਧੋਖੇ ਕਰਨਾ, ਜਿਵੇਂ ਸਾਨੂੰ ਦੇਖਦਾ ਉਵੇਂ ਬੱਚਾ ਸਿੱਖ ਜਾਂਦਾ ਹੈ। ਪਰ ਬੱਚਾ ਤਾਂ ਕੋਰਾ ਹੈ ਨਾ ਮਨ ਦਾ, ਤੇ ਉਹਨੂੰ ਅੰਦਰ ਕੋਈ ਕਪਟ ਨਹੀਂ, ਕੋਈ ਛਲ ਨਹੀਂ, ਕੋਈ ਫਰੇਬ ਨਹੀਂ। ਉਹ ਜਿਹੋ ਜਿਹਾ ਬਾਹਰੋਂ ਹੈ ਉਹੋ ਜਿਹਾ ਅੰਦਰੋਂ ਵੀ ਹੈ। ਤੇ ਬਸ ਇਸੇ ਤਰ੍ਹਾਂ ਦਾ ਮਨੁੱਖ ਬਣੇ, ਫਿਰ ਰੱਬ ਦੀ ਪ੍ਰਾਪਤੀ ਹੁੰਦੀ ਹੈ। ਕਹਿੰਦੇ ਭੋਲੇ ਭਾਏ ਮਿਲੇ ਰਘੁਨਾਇਆ। ਭਾਈ ਪਰਮਾਤਮਾ ਬੰਦਗੀ ਕਰਨ ਨਾਲ ਮਿਲਦਾ, ਚਲਾਕੀਆਂ ਨਾਲ ਨਹੀਂ ਮਿਲਦਾ, ਵਿਖਾਵੇ ਮਾਤਰ ਕਰਨ ਨਾਲ ਨਹੀਂ ਮਿਲਦਾ। ਤੇ ਭੋਲੇ ਭਾਏ ਮਿਲੇ ਰਘੁਨਾਇਆ, ਕਹਿੰਦੇ ਭੋਲੇ ਸੁਭਾਅ ਨਾਲ ਮਿਲਦਾ ਰੱਬ। ਭਾਵ ਕਿ ਬਾਬਾ ਕਬੀਰ ਸਾਹਿਬ ਜੀ ਪੂਰੇ ਸਲੋਕ ਦਾ ਜੋ ਅਰਥ ਕਰੀਏ, ਕਹਿਣ ਲੱਗੇ ਭਾਈ ਮਾਇਆ ਦੀ ਖਾਤਰ ਤੇ ਲੋਕ ਵਿਖਾਵੇ ਦੀ ਖਾਤਰ ਮਨੁੱਖ ਜਪ ਤਪ ਆਦਿਕ ਕਰਮ ਕਰਦੇ ਨੇ। ਮਾਇਆ ਦੀ ਖਾਤਰ, ਲੋਕ ਵਿਖਾਵੇ ਦੀ ਖਾਤਰ ਜਪ ਤਪ ਆਦਿਕ ਕਰਦੇ ਹਨ, ਤੇ ਸਿਆਣੇ ਬਣ ਕੇ ਵਿਖਾਉਂਦੇ ਨੇ। ਪਰ ਇਹ ਰੱਬ ਨੂੰ ਮਿਲਣ ਦਾ ਰਾਹ ਨਹੀਂ ਹੈ। ਜੋ ਪ੍ਰਭੂ ਨੂੰ ਮਿਲਦਾ ਹੈ ਤਾਂ ਉਹਦੀ ਭਗਤੀ ਕਰੇ, ਬਾਲ ਬੁੱਧ ਰੂਪ ਵਿੱਚ ਕਰੇ, ਨਿਸ਼ਕਪਟ, ਕੋਈ ਅੰਦਰ ਕਪਟ ਨਾ ਹੋਵੇ, ਉਹਦੀ ਬੰਦਗੀ ਕਰੇ ਤੇ ਫਿਰ ਉਹ ਰੱਬ ਮਿਲਦਾ। ਐਵੇਂ ਨਹੀਂ ਮਿਲਦਾ। ਗੌੜੀ ਕਬੀਰ ਜੀ, ਅਗਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਕਹਿਣ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਅੱਗੇ ਹੁਣ ਭਗਤ ਸਾਹਿਬ ਜੀ ਨੇ ਸ਼ਬਦ ਵਿੱਚ ਕਿਰਪਾ ਕੀਤੀ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਬੜੇ ਧਿਆਨ ਨਾਲ ਸੁਣਿਓ ਜੇ। ਕਹਿਣ ਲੱਗੇ ਭਾਈ ਆ ਸਾਰੇ ਜੀਵਾਂ ਦੀ ਜਿਹੜੀ ਉਤਪਤੀ ਹੈ ਨਾ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਆ ਟੋਟਲ ਜਿੰਨੇ ਵੀ ਜੀਵ ਨੇ ਸਾਰਿਆਂ ਦੀ ਉਤਪਤੀ ਪਰਮਾਤਮਾ ਦੀ ਅੰਸ਼ ਤੋਂ ਹੋ ਰਹੀ ਹੈ, ਉਸ ਦਾਤੇ ਤੋਂ ਹੈ। ਭਾਵ ਕਿ ਸਭ ਦਾ ਮੂਲ ਕਾਰਨ ਹੈ ਪਰਮਾਤਮਾ ਆਪ, ਮੁੱਢ ਉਹ ਹੈ। ਤੇ ਫਿਰ ਅਗਲੀ ਗੱਲ, ਜੇ ਮੁੱਢ ਪਰਮਾਤਮਾ ਸਾਰਿਆਂ ਦਾ, ਤਾਂ ਭਗਤ ਸਾਹਿਬ ਜੀ ਕਹਿੰਦੇ ਫਿਰ ਇਹ ਦੱਸੋ, ਗਰਭਵਾਸ ਮੈਂ ਕੁੱਲ ਨਹੀਂ ਜਾਤੀ।
ਕਹਿੰਦੇ ਫਿਰ ਮਾਂ ਦੇ ਪੇਟ ਵਿੱਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਨਾ ਕਿ ਮੈਂ ਕਿਹੜੀ ਕੁਲ ਵਿੱਚ ਪੈਦਾ ਹੋਣ ਲੱਗਿਆ। ਇਹ ਤਾਂ ਸੱਚ ਆ ਨਾ। ਤੇ ਹੁਣ ਕਈ ਵਾਰ ਅੱਜ ਕੱਲ੍ਹ ਤਾਂ ਸਾਡਾ ਖਾਦ ਖੁਰਾਕ ਇੱਦਾਂ ਦੀ ਬਣ ਗਈ ਹੈ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਘਰਾਂ ਦੇ ਅੰਦਰ ਆ ਮਿੱਠੀਆਂ ਦਾਤਾਂ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਧੀਆਂ ਪੁੱਤਰਾਂ ਦੀਆਂ ਦਾਤਾਂ ਨਹੀਂ ਆ ਰਹੀਆਂ ਘਰਾਂ 'ਚ। ਉਹਦੇ ਕਸੂਰਵਾਰ ਕੋਈ ਹੋਰ ਨਹੀਂ, ਅਸੀਂ ਖੁਦ ਆਪ ਆ। ਸਾਡੇ ਅੰਦਰ ਖਾਦ ਖੁਰਾਕ ਹੀ ਇਹੋ ਜਿਹੀ ਅਸੀਂ ਬਣਾ ਦਿੱਤੀ, ਜਿਹਦੇ ਕਰਕੇ ਕਈ ਤਰ੍ਹਾਂ ਦੇ ਹਾਰਮੋਨ ਜਿਹੜੇ ਨੇ ਉਹ ਬਣਨੇ ਖਤਮ ਹੋ ਗਏ, ਬੰਦ ਹੋ ਗਏ। ਔਰ ਇਹ ਸਾਰੇ ਇਫੈਕਟ ਜਿਹੜੇ ਸੀ ਵਧਣੇ ਸ਼ੁਰੂ ਹੋ ਗਏ। ਤੇ ਫਿਰ ਹੁੰਦਾ ਕੀ ਹੈ, ਕਈ ਵਾਰ ਕੋਈ ਬੱਚਾ ਕੋਈ ਗੋਦ ਲੈ ਲਿਆ। ਹੁਣ ਗੋਦ ਲੈਣ ਵਾਲੇ ਨੂੰ ਇਹ ਤਾਂ ਨਹੀਂ ਨਾ ਪਤਾ ਵੀ ਬੱਚਾ ਕਿੱਥੋਂ ਆਇਆ, ਕੌਣ ਆ, ਕਿੱਥੋਂ ਨਹੀਂ। ਹੁਣ ਜਿਸ ਘਰ ਵਿੱਚ ਗਿਆ ਉਹਨੇ ਉਸੇ ਕੁੱਲ ਦਾ ਹੀ ਖਵਾਵੇਗਾ ਉਹ ਤਾਂ। ਤੇ ਭਗਤ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਵੇਖੋ, ਗਰਭਵਾਸ ਮੈਂ ਕੁੱਲ ਨਹੀਂ ਜਾਤੀ। ਕਹਿਣ ਲੱਗੇ ਭਾਈ ਜਦੋਂ ਮਾਤਾ ਦੇ ਉਦਰ ਦੇ ਵਿੱਚ ਬੱਚਾ ਹੈ ਤੇ ਉਦਰ ਦੇ ਵਿੱਚ ਪੇਟ ਦੇ ਵਿੱਚ ਕਿਸੇ ਨੂੰ ਇਹ ਸਮਝ ਨਹੀਂ ਕਿ ਮੈਂ ਕਿਸ ਕੁੱਲ ਦਾ ਹਾਂ। ਹੁਣ ਅਗਲੀ ਗੱਲ ਬੜੀ ਖੋਲ੍ਹ ਕੇ ਭਗਤ ਸਾਹਿਬ ਕਹਿਣ ਲੱਗੇ, ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਕੋਈ। ਹੁਣ ਪੰਡਤ ਨੂੰ ਦੱਸ ਰਹੇ ਨੇ, ਪੰਡਤ ਨੇ ਤਰਕ ਕੀਤੀ ਨਾ, ਅੱਗੇ ਦੱਸਣਗੇ ਭਗਤ ਸਾਹਿਬ ਜਾ ਕੇ। ਉਹਨੇ ਤਰਕ ਕੀਤੀ ਸੀ ਵੀ ਤੂੰ ਤਾਂ ਸ਼ੂਦਰ ਹੈ ਤੇ ਮੈਂ ਆ ਬ੍ਰਾਹਮਣ, ਮੈਂ ਤਾਂ ਉੱਚੀ ਕੁੱਲ ਦਾ, ਸਾਰਿਆਂ ਤੋਂ ਉੱਚੀ ਕੁੱਲ ਬ੍ਰਾਹਮਣ ਨੇ ਆਪਦੀ ਰੱਖੀ ਨਾ। ਇਹਦਾ ਵੀ ਕਾਰਨ ਸੀ ਜੀ, ਕਿਉਂਕਿ ਇਹ ਵਰਨ ਵੰਡ ਬਣਾਉਣ ਵਾਲੇ ਵੀ ਬਾਹਮਣ ਆਪ ਪੰਡਤ ਆਪ ਸਨ। ਉਸ ਸਮੇਂ ਦੇ ਪੰਡਿਤ ਬਾਹਮਣ ਸੀ ਜਿਹੜੇ ਉਸ ਸਮੇਂ ਦੇ ਮਨੂਆਰ ਵਰਗੇ। ਉਹਨਾਂ ਨੇ ਫਿਰ ਇਹ ਜਦੋਂ ਵਰਨ ਵੰਡ ਬਣਾਈ ਤੇ ਸਾਰਿਆਂ ਤੋਂ ਉੱਤੇ ਆਪ ਨੂੰ ਰੱਖਿਆ। ਤੇ ਕਰਮ ਬ੍ਰਾਹਮਣ ਦੇ ਜੱਗ ਕਰਨਾ ਤੇ ਜੱਗ ਕਰਾਉਣਾ, ਵਿੱਦਿਆ ਪੜ੍ਹਨ ਦੀ ਪੜ੍ਹਾਉਣਾ, ਦਾਨ ਦੇਣਾ ਤੇ ਦਾਨ ਲੈਣਾ। ਤੇ ਦਾਨ ਦੇਣਾ ਭੁੱਲ ਗਏ, ਜੱਗ ਕਰਨਾ ਭੁੱਲ ਗਏ, ਕਰਾਉਣਾ ਜਾਣਦੇ ਆ, ਲੈਣਾ ਜਾਣਦੇ ਆ, ਕਰਨ ਨਹੀਂ ਜਾਣਦੇ, ਦੇਣ ਨਹੀਂ ਜਾਣਦੇ। ਇਹ ਸਾਰਾ ਕੁਝ ਭੁੱਲ ਗਏ ਸੀ। ਤੇ ਸਾਰਿਆਂ ਤੋਂ ਆਪ ਉੱਤੇ ਰੱਖਿਆ ਤੇ ਦੂਜਿਆਂ ਦੀ ਲਾਤੀ ਡਿਊਟੀ ਵੀ ਤੂੰ ਹਲ ਵਾਹਿਆ ਕਰ, ਤੂੰ ਸਾਡੀ ਰੱਖਿਆ ਕਰਨੀ ਹੈ। ਤੇ ਸ਼ੂਦਰ ਨੂੰ ਕਹਿਤਾ ਵੀ ਤੂੰ ਸਾਰਿਆਂ ਦੀ ਸੇਵਾ ਕਰਿਆ ਕਰ, ਤੇਰਾ ਕੰਮ ਆਈ ਹੈ। ਇਹਨਾਂ ਨੇ ਇਹ ਚਲਾਕੀ ਬੜੀ ਵਰਤੀ ਇਹਨਾਂ ਨੇ। ਹੁਣ ਭਗਤ ਸਾਹਿਬ ਜੀ ਨੂੰ ਵੇਖ ਕਹਿਣ ਲੱਗੇ ਵੀ ਤੇਰਾ ਤਾਂ ਹੱਕ ਹੀ ਕੋਈ ਨਹੀਂ, ਤੂੰ ਤਾਂ ਸ਼ੂਦਰ ਹੈ। ਭਗਤ ਕਬੀਰ ਸਿੰਘ ਨੂੰ ਕਹਿਣ ਲੱਗੇ ਤੂੰ ਸ਼ੂਦਰ ਤੇ ਤੂੰ ਬੰਦਗੀ ਕਰਦਾ ਹੈ, ਤੇਰਾ ਥੋੜ੍ਹਾ ਹੱਕ ਹੈ ਕੋਈ ਇਹ। ਤੇਰਾ ਤਾਂ ਹੱਕ ਇਹ ਹੈ ਕਿ ਤੂੰ ਸਾਡੀ ਸੇਵਾ ਕਰਿਆ ਕਰ। ਚਾਰ ਜਿਹੜੇ ਉਤਲੇ ਤਿੰਨ ਵਰਨ ਉਹਨਾਂ ਦੀ ਸੇਵਾ ਕਰਿਆ ਕਰ। ਤੂੰ ਅਧੀਨ ਹੈ ਤੂੰ ਉਹਨਾਂ ਦੇ, ਤੂੰ ਬੰਦਗੀ ਨਹੀਂ ਕਰ ਸਕਦਾ, ਭਗਤੀ ਨਹੀਂ ਕਰ ਸਕਦਾ, ਤੂੰ ਸਿਮਰਨ ਨਹੀਂ ਕਰ ਸਕਦਾ। ਹੁਣ ਉਹ ਪ੍ਰਮਾਤਮਾ ਆਪਨ ਬਾਪ, ਭਗਤ ਰਵਿਦਾਸ ਮਹਾਰਾਜ ਦਾ ਇੱਕ ਸ਼ਬਦ ਹੈ, ਆਪਨ ਬਾਪੇ ਨਾ ਹੀ ਕਿਸੇ ਕੋ ਭਾਵਨ ਕੋਹਰ ਰਾਜਾ। ਤੇ ਜੇ ਸਿੱਧਾ ਪੰਜਾਬੀ 'ਚ ਮੈਂ ਗੱਲ ਕਵਾਂ ਤੇ ਕਹੀਏ, ਭਗਤ ਸਿੰਘ ਕਹਿੰਦੇ ਰੱਬ ਕਿਹੜਾ ਤੇਰੇ ਪਿਓ ਦਾ, ਆਪਨ ਬਾਪੇ ਨਾ ਹੀ ਕਿਸੇ ਕੋ। ਕਹਿੰਦੇ ਰੱਬ ਕਿਸੇ ਦੇ ਪਿਓ ਦਾ ਨਹੀਂ। ਪੰਜਾਬੀ 'ਚ ਸਿੱਧੀ ਠੇਠ ਗੱਲ ਕਰੀਏ ਤਾਂ ਭਾਵਨ ਕੋਹਰ ਰਾਜਾ। ਤੇ ਗੋਬਿੰਦ ਭਾਉ ਭਗਤ ਦਾ ਭੁੱਖਾ ਤਾਂ ਪ੍ਰੇਮਾ ਭਗਤੀ ਦਾ ਭੁੱਖਾ। ਤੇ ਪ੍ਰੇਮਾ ਭਗਤੀ ਕੋਈ ਵੀ ਕਰ ਸਕਦਾ, ਸ਼ੂਦਰ ਵੀ ਕਰ ਸਕਦਾ ਹੈ, ਬ੍ਰਾਹਮਣ ਵੀ ਕਰ ਸਕਦਾ ਹੈ, ਖੱਤਰੀ ਵੀ ਕਰ ਸਕਦਾ ਹੈ ਤੇ ਵੈਸ਼ ਵੀ ਕਰ ਸਕਦਾ ਹੈ। ਉਹ ਤਾਂ ਪ੍ਰੇਮਾ ਭਗਤੀ ਦਾ ਭੁੱਖਾ ਹੈ। ਤੇ ਜਦੋਂ ਪੰਡਤ ਨੇ ਇਹ ਗੱਲ ਕਹੀ ਨਾ ਤਾਂ ਫਿਰ ਦੱਸਣ ਲੱਗੇ ਭਗਤ ਸਾਹਿਬ ਜੀ, ਕਹਿਣ ਲੱਗੇ ਭਲਿਆ ਇਹ ਦੱਸ ਮੈਨੂੰ, ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ। ਕਹਿੰਦੇ ਦੱਸ ਪੰਡਤ ਤੂੰ ਬ੍ਰਾਹਮਣ ਕਿਦੋਂ ਕਦਾ ਬਣ ਕੇ ਬਹਿ ਗਿਆ ਬਈ, ਕਿਦੋਂ ਕਦਾ ਬ੍ਰਾਹਮਣ ਬਣ ਗਿਆ ਤੂੰ। ਬਾਹਮਣ ਕਹਿ ਕਹਿ ਜਨਮ ਮਤ ਖੋਏ। ਕਹਿੰਦੇ ਆਖ ਆ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ। ਕਹਿੰਦੇ ਆ ਮਨੁੱਖਾ ਜਨਮ ਹੰਕਾਰ ਵਿੱਚ ਅੰਜਾਈ ਨਾ ਗਵਾਈ ਜਾਵਦਾ ਤੂੰ। ਕੇਵਲ
ਇਹ ਹੰਕਾਰ 'ਚ ਤੁਰਿਆ ਫਿਰਦਾ ਮੈਂ ਬ੍ਰਾਹਮਣ ਹੈ। ਬਾਹਮਣ ਕਹਿ ਕੇ ਜਨਮ ਮਤ ਖੋਏ, ਕਹਿੰਦੇ ਆਪਣਾ ਆ ਮਨੁੱਖਾ ਜਨਮ ਨਾ ਵਿਅਰਥ ਨਾ ਗਵਾ ਤੂੰ, ਇਸ ਹੰਕਾਰ 'ਚ ਨਾ ਤੁਰਿਆ ਫਿਰ ਤੂੰ। ਫਿਰ ਅੱਗੇ ਇੱਕ ਗੱਲ ਕਹੀ ਬੜੀ ਹੀ ਜ਼ਬਰਦਸਤ, ਰਹਾਉ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ। ਕਹਿੰਦੇ ਗੱਲ ਦੱਸ ਆਂਢ ਬਾਟ ਕਾਹੇ ਨਹੀਂ ਆਇਆ। ਕਹਿੰਦੇ ਹੇ ਪੰਡਤ ਇੱਕ ਮੈਨੂੰ ਸੱਚ ਸੱਚ ਗੱਲ ਦੱਸੀ ਕਿ ਠੀਕ ਆ ਸੱਚ-ਮੁੱਚ ਤੂੰ ਬ੍ਰਾਹਮਣ ਹੈ ਤੇ ਮਾਤਾ ਬ੍ਰਾਹਮਣੀ ਦੇ ਪੇਟੋਂ ਤੂੰ ਪੈਦਾ ਹੋਇਆ, ਜੋ ਤੂੰ ਬ੍ਰਾਹਮਣ ਬ੍ਰਾਹਮਣੇ ਜਾਇਆ। ਕਹਿੰਦੇ ਗੱਲ ਦੱਸ ਤੋ ਆਨ ਬਾਟ ਕਿਸੇ ਹੋਰ ਰਸਤੇ, ਕਹਿੰਦੇ ਜਿਸ ਰਸਤੇ ਦੂਸਰੇ ਜਨਮ ਲੈਂਦੇ ਨੇ ਜੀਵ, ਜੇ ਤੂੰ ਆਣਾ ਮੈਂ ਬ੍ਰਾਹਮਣ ਹੈ ਫਿਰ ਤੂੰ ਕੋਈ ਹੋਰ ਰਸਤਾ ਕਿਉਂ ਨਹੀਂ ਬਣਾਇਆ? ਆਨ ਬਾਟ ਹੋਰ ਰਸਤਾ ਕਾਹੀ ਨਹੀਂ ਆਇਆ, ਕਿਉਂ ਨਹੀਂ ਆਇਆ ਤੂੰ? ਕਹਿੰਦੇ ਠੀਕ ਆ ਤੂੰ ਕਹਿਣਾ ਮੈਂ ਬ੍ਰਾਹਮਣ ਹੈ, ਸੱਚਮੁੱਚ ਮੈਂ ਬ੍ਰਾਹਮਣ ਹਾਂ ਤੇ ਤੂੰ ਬ੍ਰਾਹਮਣੀ ਮਾਤਾ ਦੇ ਪੇਟੋਂ ਤੇ ਉਧਰ ਤੋਂ ਤੂੰ ਪੈਦਾ ਹੋਇਆ। ਪਰ ਇਹ ਗੱਲ ਦੱਸ ਫਿਰ ਜਿੱਥੇ ਦੂਸਰੇ ਜਿਸ ਰਸਤੇ ਮਾਤਾ ਦੇ ਜਿਸ ਪੇਟ ਵਿੱਚੋਂ ਜਿਸ ਰਸਤੇ ਦੂਸਰੇ ਬੱਚਿਆਂ ਨੇ ਜਨਮ ਲਿਆ, ਦੂਜਿਆਂ ਨੇ ਜਨਮ ਲਿਆ, ਉਸੇ ਰਸਤੇ ਫਿਰ ਤੂੰ ਵੀ ਤਾਂ ਉਸੇ ਰਸਤੇ ਹੀ ਜਨਮ ਲਿਆ ਹੋਇਆ ਨਾ। ਤੇ ਜੇ ਤੂੰ ਬ੍ਰਾਹਮਣ ਸਾਂ ਤੇ ਤੈਨੂੰ ਰਸਤਾ ਕੋਈ ਹੋਰ ਅਪਣਾ ਲੈਣਾ ਚਾਹੀਦਾ ਸੀ। ਆਨ ਬਾਟ ਕਾਹੀ ਨਹੀਂ ਆਇਆ। ਤੇ ਅਗਲੀ ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਹਿੰਦੇ ਕਮਾਲੇ ਨੂੰ ਸੱਦ ਲਿਆ, ਭਗਤ ਕਬੀਰ ਸਿੰਘ ਪੁੱਤਰ ਸੀ ਨਾ ਕਮਾਲਾ। ਕਹਿੰਦੇ ਵੀ ਬ੍ਰਾਹਮਣ ਆਇਆ ਤੇ ਆਪਾਂ ਹੁਣ ਐਂ ਵੇਖਦੇ ਆ ਵੀ ਇਹਦੇ ਅੰਦਰ ਖੂਨ ਆ ਕਿ ਦੁੱਧ ਆ ਤੇ ਮੇਰੇ ਅੰਦਰ ਖੂਨ ਆ ਕਿ ਕੀ ਆ। ਕਹਿੰਦੇ ਠੀਕ ਆ ਤੂੰ ਇਹ ਗੱਲ ਕਹਿਣਾ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਤੂੰ ਮੈਨੂੰ ਇਹ ਗੱਲ ਕਹਿਣਾ ਵੀ ਤੂੰ ਸ਼ੂਦਰ ਹੈ ਤੇ ਹੇ ਪੰਡਤ ਤੁਸੀਂ ਕਿਵੇਂ ਬ੍ਰਾਹਮਣ ਬਣ ਗਏ, ਅਸੀਂ ਸ਼ੂਦਰ ਕਿਵੇਂ ਰਹਿ ਗਏ? ਕਹਿੰਦੇ ਸਾਡੇ ਸਰੀਰ ਵਿੱਚ ਕਿਵੇਂ ਨਿਰਾ ਲਹੂ ਹੈ ਤੇ ਤੁਹਾਡੇ ਸਰੀਰ ਵਿੱਚ ਕਿਹੜਾ ਦੁੱਧ ਹੈ? ਕਹਿੰਦੇ ਲਹੂ ਥਾਂ ਦੁੱਧ ਹੈ ਕਿਤੇ? ਕਮਾਲੇ ਨੂੰ ਕਹਿੰਦੇ ਛੁਰੀ ਲਿਆ, ਹੱਥ ਰੱਖ ਲਿਆ। ਕਹਿੰਦੇ ਆ ਪੰਡਤ ਨੂੰ ਕਹਿਣ ਲੱਗੇ ਤੂੰ ਵੀ ਰੱਖ, ਆ ਵੱਢ ਕੇ ਵੇਨੇ ਹੱਥ, ਤੇਰੇ ਚੋਂ ਵੇਨੇ ਦੁੱਧ ਨਿਕਲੂ। ਜੇ ਤਾਂ ਦੁੱਧ ਨਿਕਲਿਆ ਤੇ ਫਿਰ ਤਾਂ ਕੋਈ ਸ਼ੱਕ ਨਹੀਂ, ਫਿਰ ਤਾਂ ਤੂੰ ਬ੍ਰਾਹਮਣ ਹੈ, ਫਿਰ ਤਾਂ ਸਾਰਿਆਂ ਤੋਂ ਉੱਚੀ ਕੁੱਲ ਦਾ ਹੋ ਸਕਦਾ ਤੂੰ। ਤੇ ਜੇ ਤੇਰੇ ਵਿੱਚ ਵੀ ਉਹੀ ਖੂਨ ਨਿਕਲਿਆ ਤੇ ਮੇਰੇ ਵਿੱਚ ਵੀ ਉਹੀ ਖੂਨ ਨਿਕਲਿਆ, ਫਿਰ ਤਾਂ ਉੱਚਾ ਦੁਨੀਆਵਾਂ ਰਹਿ ਕੋਈ ਨਹੀਂ ਗਿਆ ਨਾ। ਦੋ ਗੱਲਾਂ ਸੀ, ਜਿਹੜੇ ਮਾਂ ਦੇ ਰਸਤੇ ਪੇਟ ਚੋਂ ਉਧਰ ਚੋਂ ਅਸੀਂ ਜਨਮ ਲਿਆ ਉਹਦੇ ਚੋਂ ਤੂੰ ਲਿਆ, ਉਹੀ ਰਸਤਾ ਤੂੰ ਬਣਾਇਆ। ਤੇਰੇ ਅੰਦਰ ਵੀ ਖੂਨ ਹੈ, ਮੇਰੇ ਅੰਦਰ ਵੀ ਉਹ ਖੂਨ ਉਹ ਲਹੂ ਹੈ। ਫਿਰ ਤਾਂ ਨਾ ਤੂੰ ਬ੍ਰਾਹਮਣ ਹੋ ਸਕਦਾ ਤੇ ਨਾ ਮੈਂ ਸ਼ੂਦਰ ਹੋ ਸਕਦਾ, ਫਿਰ ਤਾਂ ਅਸੀਂ ਉਸ ਪਰਮਾਤਮਾ ਦੀ ਅੰਸ਼ ਹਾਂ। ਜਦੋਂ ਕਮਾਲਾ ਲੈ ਕੇ ਨਾ ਛੁਰੀ ਤੇ ਬ੍ਰਾਹਮਣ ਭੱਜ ਗਿਆ, ਉੱਥੋਂ ਖੜਾ ਨੇ ਬਈ ਕਿਤੇ ਬਾਂਹ ਹੀ ਨਾ ਵੱਢ ਦੇਵੇ ਕਿਤੇ ਭਗਤ ਕਬੀਰ ਸਾਹਿਬ ਜੀ। ਕਹਿੰਦੇ ਭੱਜ ਗਿਆ। ਪੰਡਤ ਨੂੰ ਕਹਿਣ ਲੱਗੇ ਪੰਡਤ ਤੁਸੀਂ ਕਿਵੇਂ ਬ੍ਰਾਹਮਣ ਬਣ ਗਏ ਭਾਈ, ਸਾਨੂੰ ਤੁਸੀਂ ਸ਼ੂਦਰ ਕਿਵੇਂ ਬਣਾ ਦਿੱਤਾ? ਕਿਉਂਕਿ ਸਾਡੇ ਸਰੀਰ ਵਿੱਚ ਕੀ ਨਿਰਾ ਲਹੂ ਹੈ ਤੇ ਤੁਹਾਡੇ ਸਰੀਰ ਵਿੱਚ ਕੀ ਲਹੂ ਦੀ ਥਾਂ ਤੇ ਦੁੱਧ ਹੈ। ਕਹਿੰਦੇ ਇਹਦਾ ਆਪਾਂ ਨਤਾਰਾ ਕਰਕੇ ਵੇਖ ਲੈਂਦੇ ਹਾਂ। ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਤੇ ਅਖੀਰ ਫੈਸਲਾ ਕੀਤਾ, ਕਹਿੰਦੇ ਹੇ ਬ੍ਰਾਹਮਣ ਹੇ ਪੰਡਤ ਆ ਤੈਨੂੰ ਮੈਂ ਦੱਸਾਂ ਅਸਲ ਵਿੱਚ ਬ੍ਰਾਹਮਣ ਕੌਣ ਹੈ। ਬ੍ਰਾਹਮਣ ਕਿਸੇ ਕੁੱਲ ਵਿੱਚ ਜ਼ਾਇਆ ਨਹੀਂ ਹੋ ਸਕਦਾ ਵੀ ਇਹ ਭਾਈ ਐਸ ਕੁੱਲ ਵਿੱਚ ਪੈਦਾ ਹੋਇਆ, ਐਸ ਵਰਨ ਵਿੱਚ ਪੈਦਾ ਹੋਇਆ। ਕਹਿੰਦੇ ਬ੍ਰਾਹਮਣ ਸ਼ੂਦਰ ਵੀ ਹੋ ਸਕਦਾ ਹੈ, ਵੈਸ਼ ਵੀ ਹੋ ਸਕਦਾ ਹੈ, ਖੱਤਰੀ ਵੀ ਹੋ ਸਕਦਾ ਹੈ, ਪਰ ਹੋਊ ਕੌਣ? ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਕਹਿਣ ਲੱਗੇ ਹੇ ਪੰਡਤ ਆ ਤੈਨੂੰ ਅਸੀਂ ਦੱਸਦੇ ਹਾਂ, ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸਮਝਦੇ ਹਾਂ ਜਿਹੜਾ ਉਸ ਬ੍ਰਹਮ ਦੀ ਵਿਚਾਰ ਕਰੇ। ਸਾਡੇ ਲਈ ਉਹ ਬ੍ਰਾਹਮਣ ਹੈ, ਸਾਡੇ ਲਈ ਕਿਸੇ ਕੁੱਲ ਵਿੱਚ ਪੈਦਾ ਹੋਇਆ ਬ੍ਰਾਹਮਣ ਨਹੀਂ ਕਿ ਉਹ ਬ੍ਰਾਹਮਣ ਕੁੱਲ ਵਿੱਚ ਪੈਦਾ ਹੋਇਆ ਤੇ ਬ੍ਰਾਹਮਣ ਨਹੀਂ।
ਕਹਿੰਦੇ ਸਾਡੇ ਲਈ ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਕਹਿੰਦੇ ਅਸਲ ਵਿੱਚ ਕਬੀਰ ਆਖਦੇ ਨੇ, ਹੇ ਕਬੀਰ ਆਖ ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਦੱਸਦੇ ਹਾਂ, ਸੱਦਦੇ ਹਾਂ, ਮੰਨਦੇ ਹਾਂ ਜੋ ਪ੍ਰਮਾਤਮਾ ਬ੍ਰਹਮ ਨੂੰ ਸਿਮਰਦਾ ਹੈ, ਜਿਹੜਾ ਉਸ ਬ੍ਰਹਮ ਦੀ ਵਿਚਾਰ ਕਰੇ, ਉਸ ਪ੍ਰਮਾਤਮਾ ਨੂੰ ਸਿਮਰੇ। ਭਾਵ ਕਿ ਜੇ ਜੋ ਮਨੁੱਖ ਉੱਚੀ ਜਾਤੀ ਦਾ ਮਾਣ ਕਰਦੇ ਹਨ ਉਹ ਮਨੁੱਖਾ ਜਨਮ ਅਜਾਈ ਗਵਾ ਰਹੇ ਨੇ। ਭਗਤ ਕਬੀਰ ਸਾਹਿਬ ਜੀ ਸਮਝਾਉਣ ਲੱਗੇ, ਭਾਈ ਜਿਹੜੇ ਮਨੁੱਖ ਕੇਵਲ ਉੱਚੀ ਜਾਤੀ ਵਿੱਚ ਪੈਦਾ ਹੋ ਕੇ ਤੇ ਇਸ ਗੱਲ ਦਾ ਕਰਨ ਹੰਕਾਰ ਵੀ ਮੈਂ ਤਾਂ ਉੱਚੀ ਕੁੱਲ ਵਿੱਚ ਪੈਦਾ ਹੋਇਆ, ਤੇ ਪਰ ਇੱਕ ਥਾਂ ਤੇ ਗੁਰਬਾਣੀ ਨੇ ਇੱਕ ਫੈਸਲਾ ਵੀ ਦਿੱਤਾ, ਸਾ ਜਾਤ ਸਾ ਪਾਤ ਹੈ ਜਿਹੇ ਕਰਮ ਕਮਾਏ। ਜਿਹੋ ਜਿਹੇ ਕਰਮ ਕਮਾਓਗੇ ਉਹੋ ਜਿਹੀ ਤੁਹਾਡੀ ਜਾਤੀ ਤੇ ਉਹੀ ਤੁਹਾਡੀ ਪਾਤੀ ਬਣ ਜਾਣੀ ਹੈ। ਬਸ ਇਸੇ ਤਰ੍ਹਾਂ ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ ਜੋ ਮਨੁੱਖ ਉੱਚੀ ਜਾਤ ਦਾ ਮਾਣ ਕਰਦੇ ਨੇ ਉਹ ਮਨੁੱਖਾ ਜਨਮ ਅਜਾਈ ਗਵਾਉਂਦੇ ਹਨ। ਕਿਉਂ? ਕਿਉਂਕਿ ਸਾਰੇ ਜਿਹੜੇ ਜੀਵ ਹੈ ਇਹ ਉਸ ਅਕਾਲ ਪੁਰਖ ਪਰਮਾਤਮਾ ਦੀ ਅੰਸ਼ ਹਨ। ਉੱਚਾ ਉਹ ਹੈ ਜੋ ਉਸ ਦਾਤੇ ਪਰਮੇਸ਼ਰ ਦੀ ਬੰਦਗੀ ਸਿਮਰਨ ਕਰਦਾ ਹੈ, ਉਹ ਸਾਰਿਆਂ ਤੋਂ ਉੱਚਾ ਹੈ। ਉਹ ਅਖੌਤੀ ਬਣਾਈਆਂ ਹੋਈਆਂ ਜਾਤਾਂ, ਅਖੌਤੀ ਬਣਾਈਆਂ ਹੋਈਆਂ ਇਹ ਵਰਨ ਵੰਡਾਂ, ਉਹ ਕਿਸੇ ਵਰਨ ਵਿੱਚ ਵੀ ਪੈਦਾ ਹੋਇਆ ਹੋਵੇ, ਕਿਸੇ ਕੁੱਲ ਵਿੱਚ ਵੀ ਪੈਦਾ ਹੋਇਆ ਹੋਵੇ, ਭਗਤ ਸਾਹਿਬ ਜੀ ਕਹਿਣ ਲੱਗੇ ਅਸਲ ਵਿੱਚ ਉੱਚਾ ਉਹ ਹੈ ਜੋ ਉਸ ਉੱਚੇ, ਉਸ ਬ੍ਰਹਮ, ਉਸ ਪਰਮਾਤਮਾ ਦੀ ਬੰਦਗੀ ਸਿਮਰਨ ਕਰਦਾ ਹੈ ਜੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਸਾਧ ਸੰਗਤ ਜੀਓ, ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸਾਧ ਸੰਗਤ ਬਖਸ਼ਣਯੋਗ ਹੋਈਆਂ ਅਨੇਕ ਭੁੱਲਾਂ ਨੂੰ ਬਖਸ਼ ਲੈਣਾ ਜੀ। ਆਓ ਆਨੰਦ ਸਾਹਿਬ 6 ਪੌੜੀਆਂ ਦਾ ਜਾਪ ਉਪਰੰਤ ਅਰਦਾਸ ਬੇਨਤੀ ਕਰਨੀ ਹੈ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅਤਿਗੁਰ ਤਾ ਪਾਇਆ ਸਹਿਜ ਸਿੱਧੀ, ਮਨ ਵੱਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਵਡਿਆਈਆਂ। ਅਵਧੂਤਾ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ। ਐ ਨਾਨਕ ਆਨੰਦ ਹੂਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਨਾਰ ਹੋਰ ਨਾ ਲੇਰ ਨਾਰੂ, ਤੂੰ ਮਨ ਮੇਰੇ ਦੁਖ ਸਭ ਸਾਰਣਾ। ਅੰਗੀਕਾਰਿਓ ਕਰੇ ਤੇਰਾ ਕਾਰੇ ਸਭ ਸੰਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ ਸੁਖ ਮਨ ਵਸਾਰੇ। ਐ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਏ। ਘਰ ਤਾ ਤੇਰਾ ਸਭ ਕੁਝ ਜਿਸ ਦੇ ਸੋ ਪਾਵੇ। ਸਦਾ ਸੇ ਸਲਾ ਤੇਰੀ ਨਾਮ ਮਨ ਵਸਾਵੇ। ਨਾਮ ਜਨ ਕਾ ਮਨ ਵਸਿਆ, ਵਾਂਝੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਏ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਨ ਭੁੱਖਾ ਸਭ ਗਵਾਈਆਂ, ਹਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਬਸਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ ਜੇ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤ ਅਵਦ ਤਰੁ ਪਿਆਰੂ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸੌਦਤ ਕਰ ਸਭਾਗਾਏ। ਕਰ ਸਭਾਗਾ ਸਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਥ ਦੂ ਤੁਧ ਵਸ ਕੀਤੇ, ਆਲ ਕੰਡਕ ਮਾਰਿਆ। ਔਰ ਕਰਮ ਮਾਇਆ ਤੁਧ ਜਿਨਕਾ, ਇਹ ਨਾਮ ਹਰ ਕੈ ਲਾਗੇ। ਕਹੇ ਨਾਨਕ ਦਾਸ ਕੋ ਇਤ ਕਰ
ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ। ਤਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਸੂਰੇ ਦੁਖ ਰੋਗ ਸਨ ਤਾਪ ਉਤਰੇ। ਸੁਣੀ ਸੱਚੀ ਹੀ ਬਾਣੀ ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ। ਤਤ ਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸਲੋਕ। ਪਾਵਨ ਗੁਰੂ ਪਾਣੀ ਬਿਤਾ ਮਾਤਾ ਧਰਤ ਮਹਾਤ। ਦਿਵਸ ਰਾਤ ਦੋਏ ਤਾਈ ਨਾਇਆ। ਖਿਲੈ ਸਗਲ ਜਗਤ ਚੰਗਿਆਈਆਂ ਬੁਰਾਈਆਂ। ਵਾਚੈ ਧਰਮ ਦੂਰ ਕਰਮੀ ਆਪ ਆਪਣੀ। ਕੇ ਨੇੜਾ ਕੇ ਦੂਰ ਅਜਨਾਈ ਨਾਮ ਧਿਆਇਆ। ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਜਨਾਏ ਨਾਮ ਧਿਆਇਆ। ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ। ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ